दसवें पातशाह साहब श्री गुरु गोबिंद सिंह साहब जी महाराज बख्शिशां कर रहे ने। महाराज सच्चे पातशाह जीव नूं समुच्चा उपदेश करते हैं। प्राणी प्राणाधारी जीव कोई भी है, किसी धर्म का है, इत्थे नहीं लिखिया कि ਸਿੰਘੋ ਜਾਂ ਸਿੱਖੋ लिखिया नहीं है, प्राणी लिखिया। प्राणी विच हुण सारे ही आ जाते हैं। मानस की जात सब एक है पहचान वो, इत्थे कोई वितकरा नहीं है। जिन्ने भी प्राणी ने किसी भी धर्म का, किसी देश का, किसी कौम का, हर प्राणी नूं दसवें पातशाह कहने प्राणी परम पुरख पग लागो। परम पुरख अकाल पुरख सो पुरख सतपुरख वाहिगुरु जो है, ਉਹਦੇ ਪੱਗ ਤੋਂ ਭਾਵ ਚਰਨਾਂ ਦੇ ਨਾਲ ਲਾਗੋ ਦਾ ਭਾਵ ਹੈ ਜੁੜੋ। ਵਾਹਿਗੁਰੂ ਦੇ ਨਾਲ ਜੁੜਨਾ ਕਿਵੇਂ? ਕਹਿੰਦੇ ਨਾਮ ਦੇ ਕਰਕੇ ਹੀ ਵਾਹਿਗੁਰੂ ਨਾਲ ਜੁੜਿਆ ਜਾਂਦਾ ਹੈ। ਨਾਮ ਨਾਲ ਜੁੜੋ, ਵਾਹਿਗੁਰੂ ਨਾਲ ਜੁੜੋ। ਵਾਹਿਗੁਰੂ ਵਾਹਿਗੁਰੂ ਕਰੋ ਤਾਂ ਆਪੇ ਜੁੜ ਗਏ। ਵਾਹਿਗੁਰੂ ਵਾਹਿਗੁਰੂ ਹੁਣ ਇਸ ਤਰ੍ਹਾਂ ਕਿ ਕੰਨਾਂ ਨਾਲ ਸੁਣਨਾ ਆਪਾਂ ਹਮੇਸ਼ਾ ਕਹਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ? ਫਿਰ ਬਹੁਤ ਸਾਰੇ ਤਰੀਕੇ ਨੇ ਨਾਮ ਜਪਣ ਦੇ। ਕੋਈ ਕਿਸੇ ਤਰੀਕੇ ਨੂੰ ਕਹਿੰਦਾ ਹੈ, ਕੋਈ ਕਿਸੇ ਤਰੀਕੇ ਨੂੰ ਕਹਿੰਦਾ। ਪਰ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੌਖਾ ਤਰੀਕਾ ਇਹੀ ਦੱਸਿਆ। ਔਰ ਬੜੇ ਬੜੇ ਮਹਾਤਮਾ ਜਿਹੜੇ ਉੱਚ ਕੋਟੀ ਦੇ ਬ੍ਰਹਮ ਗਿਆਨੀ ਨੇ, ਉਹਨਾਂ ਦਾ ਤਰੀਕਾ ਤਾਂ ਇਹੀ ਹੈ। ਕਈ ਲੋਕ ਇਹ ਕਹਿੰਦੇ ਨੇ ਕਿ ਆਗਿਆ ਚੱਕਰ 'ਚ ਧਿਆਨ ਲਾਓ, ਕੋਈ ਕਹਿੰਦਾ ਹਿਰਦੇ 'ਚ ਧਿਆਨ ਲਾਓ, ਕੋਈ ਕਹਿੰਦਾ ਧੁੰਨੀ 'ਚ ਧਿਆਨ ਲਾਓ। ਪਰ ਉੱਚ ਕੋਟੀ ਦੇ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਇਹ ਮਿਲਿਆ ਹੈ ਮੈਨੂੰ ਕਿ ਚੱਕਰ ਵਿੱਚ ਧਿਆਨ ਲਾਉਣਾ ਨੁਕਸਾਨ ਦੇ ਸਕਦਾ ਉਦੋਂ ਜਦੋਂ ਆਪਾਂ ਉਸ ਚੱਕਰ ਦੇ ਅਧਿਕਾਰੀ ਨਾ ਹੋਈਏ। ਹੋ ਸਕਦਾ ਆਪਾਂ ਉਹ ਚੱਕਰ ਦੇ ਅਧਿਕਾਰੀ ਨਾ ਹੋਈਏ। खुद ਨੂੰ ਧਿਆਨ ਨਹੀਂ ਲਾਉਣਾ ਚਾਹੀਦਾ ਕਿਸੇ ਚੱਕਰ ਵਿੱਚ। ਹਾਂ, ਕੋਈ ਬ੍ਰਹਮ ਗਿਆਨੀ ਹੀ ਕਹਿ ਦੇਵੇ ਕਿ ਤੂੰ ਇੱਥੇ ਧਿਆਨ ਲਾ, ਉਹਨੂੰ ਤਾਂ ਪਤਾ ਹੁੰਦਾ ਕਿ ਇਹ ਬੰਦਾ ਇੱਥੋਂ ਕਿਤੇ ਲਾਇਕ ਹੈ। ਤੇ ਜੇ ਆਪਾਂ ਖੁਦ ਹੀ ਕਿਤਾਬਾਂ ਪੜ੍ਹ ਕੇ ਵੀ ਇੱਥੇ ਧਿਆਨ ਲਾਉਣਾ ਚਾਹੀਦਾ, ਇੱਥੇ ਲਾਉਣਾ ਚਾਹੀਦਾ, ਤੁਹਾਨੂੰ ਪਤਾ ਹੀ ਆ ਵੀ ਨੀਮ ਹਕੀਮ ਖਤਰਾ ਹੈ ਜਾਨ। ਫਿਰ ਕਿਤਾਬਾਂ ਪੜ੍ਹ ਕੇ ਕਿੰਨਾ ਕੁ ਕੋਈ ਦਵਾਈਆਂ ਦੇ ਸਕਦਾ, ਜਾਂ ਗਾਈਡਾਂ ਪੜ੍ਹ ਕੇ ਕੋਈ ਕਿੰਨਾ ਕੁ ਪਾਸ ਹੁੰਦਾ। ਇਹਦਾ ਮਤਲਬ ਤਾਂ ਟੀਚਰ ਹੋਣ ਹੀ ਨਾ। ਫਿਰ ਇਹ ਤਾਂ ਬ੍ਰਹਮ ਗਿਆਨੀ ਨੇ ਦੱਸਣਾ ਉਹ ਵੀ ਤੇਰੀ ਅਵਸਥਾ ਇੱਥੇ ਕਾ ਹੈ, ਤੂੰ ਇੰਨਾ ਕੁ ਕਰ। ਜੇ ਬਿਲਕੁਲ ਹੀ ਕੋਈ ਨਹੀਂ ਮਿਲਦਾ ਤਾਂ ਗੁਰੂ ਨਾਨਕ ਦੇਵ ਜੀ ਮਿਲ ਪਏ। ਮਹਾਰਾਜ ਤਾਂ ਮਿਲਦੇ ਹੀ ਨਹੀਂ ਰੋਜ਼ ਆਪਾਂ ਨੂੰ, ਜਪਜੀ ਸਾਹਿਬ ਦੇ ਰਾਹੀਂ ਮਿਲਦੇ ਨੇ। ਮਹਾਰਾਜ ਜੀ ਤਾਂ ਆਪਾਂ ਨੂੰ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਮੂੰਹ ਨਾਲ ਵਾਹਿਗੁਰੂ ਕਹੋ, ਕੰਨਾਂ ਨਾਲ ਕਹੋ, ਬਾਣੀ ਪੜ੍ਹੋ ਤੇ ਕੰਨਾਂ ਨਾਲ ਸੁਣੋ। ਮੂੰਹ ਨਾਲ ਜੋ ਵੀ ਮੂੰਹ ਨਾਲ ਕਹਿਣਾ, ਵਾਹਿਗੁਰੂ ਕਹਿਣਾ, ਮੂਲ ਮੰਤਰ ਕਹਿਣਾ, ਕੀਰਤਨ ਗਾਉਣਾ, ਕਥਾ ਸ਼ਬਦ ਪੜ੍ਹਨਾ, ਚਾਹੇ ਅਖੰਡ ਪਾਠ ਦੀ ਦੌੜ ਲਾਉਣੀ ਹੈ। ਬਾਣੀ ਨੂੰ ਕੰਨਾਂ ਨਾਲ ਸੁਣੋ। ਜਦੋਂ ਸਾਡੇ ਕੰਨ ਉੱਧਰ ਲੱਗ ਕੇ ਬਾਣੀ ਵੱਲ, ਮਨ ਦਾ ਸੁਧਾਰ ਹੋਣ ਲੱਗ ਪਿਆ। ਸੋ ਮਹਾਰਾਜ ਜੀ ਕਹਿੰਦੇ ਨੇ ਜਦੋਂ ਕੰਨ ਸੁਣਦੇ ਨੇ, ਉਹ ਅਸਲ ਵਿੱਚ ਮਨ ਹੀ ਸੁਣ ਰਿਹਾ ਹੁੰਦਾ ਹੈ, ਕੰਨ ਨਹੀਂ ਸੁਣਦੇ। ਅਸੀਂ ਬਾਣੀ ਮਨ ਨੂੰ ਸੁਣਾਉਣੀ ਹੈ, ਤੇ ਹੁਣ ਮਨ ਨੂੰ ਬਾਣੀ ਅੱਖਾਂ ਰਾਹੀਂ ਤੇ ਸੁਣਾ ਨਹੀਂ ਸਕਦੇ, ਮੂੰਹ ਨਾਲ ਨਹੀਂ ਸੁਣਾ ਸਕਦੇ, ਕਿਉਂਕਿ ਮੂੰਹ ਤਾਂ ਸਿਰਫ ਬੋਲਣ ਦਾ ਕੰਮ ਕਰਦਾ। ਸੋ ਮਹਾਰਾਜ ਕਹਿੰਦੇ ਨੇ ਕੰਨਾਂ ਨਾਲ ਸੁਣੋ। ਵੱਡੇ ਤੋਂ ਵੱਡੇ ਵੀ ਇਹੀ ਗੱਲ ਕਹਿੰਦੇ ਨੇ ਕਿ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਰਕੇ ਕੰਨਾਂ ਨਾਲ ਸੁਣਿਆ ਕਰੋ। ਇਹ ਜਿਉਂ ਆਪਾਂ ਕੰਨਾਂ ਨਾਲ ਨਾਮ ਸੁਣਦੇ ਆ, ਨਾਮ ਆਪਣੀ ਕਿਰਿਆ ਸ਼ੁਰੂ ਕਰ ਦਿੰਦਾ ਅੰਦਰ। ਕੰਨਾਂ ਨਾਲ ਸੁਣਨੇ ਕਰਕੇ ਅੰਦਰੋਂ ਸਾਰਾ ਕੁਝ ਹੀ ਸ਼ੁਰੂ ਹੋ ਜਾਂਦਾ। ਫਿਰ ਅੰਦਰਲੀ ਕਿਰਿਆ ਆਪਣੇ ਆਪ ਹੋਵੇਗੀ। ਮਸ਼ੀਨਾਂ ਨਹੀਂ ਆ ਗਈਆਂ ਅੱਜ ਕੱਲ੍ਹ,
ਕੱਪੜਾ ਪਾਓ, ਆ ਜਿੰਨੇ ਕੱਪੜੇ ਪਾਉਣੇ ਤੁਸੀਂ ਜਾਓ ਜਿੱਧਰ ਜਾਣਾ। ਉਹਨੇ ਆਪੇ ਹੀ ਸਾਰਾ ਕੁਝ ਕਰਕੇ ਕੱਪੜਾ ਸੁਕਾ ਕੇ ਬਾਹਰ ਕੱਢ ਕੇ ਤੁਹਾਨੂੰ ਫੜਾ ਦੇਣਾ, ਲਓ ਜੀ। ਕੋਈ ਮਲਿਆ ਨਹੀਂ, ਕੋਈ ਨੀਲ ਨਹੀਂ ਦੇਣ ਦੀ ਲੋੜ, ਕੋਈ ਕਸ਼ ਕਰਨ ਦੀ ਲੋੜ ਨਹੀਂ। ਇਹ ਨਾਮ ਦੀ ਕਿਰਿਆ ਇਸੇ ਤਰ੍ਹਾਂ ਹੀ ਆ। ਆਪਾਂ ਜਿਹੜਾ ਕੰਮ ਕਰਨਾ ਉਹ ਆਪਾਂ ਕੰਨਾਂ ਨਾਲ ਸੁਣਨਾ, ਵਾਹਿਗੁਰੂ ਵਾਹਿਗੁਰੂ, ਸੁਣੀ ਜਾਣਾ ਸੁਣੀ ਜਾਣਾ। ਇਹ ਕਿਰਿਆ ਆਪਣੇ ਆਪ ਸ਼ੁਰੂ ਹੋ ਜਾਂਦੀ ਅੰਦਰੋਂ। ਕੰਠ ਦੇ ਵਿੱਚ ਦਰਦ ਹੋਣ ਲੱਗ ਜਾਂਦਾ, ਫਿਰ ਹੌਲੀ ਹੌਲੀ ਇੱਥੇ ਜਾਪ ਸ਼ੁਰੂ ਹੋ ਜਾਂਦਾ। ਜਿੱਥੇ ਐਡਜਸਟਮੈਂਟ ਹੋਣੀ ਆ ਉਹਨੇ ਆਪਣੇ ਆਪ ਕਰ ਲੈਣੀ ਨਾਮ ਨੇ। ਆਪਾਂ ਗਲਤੀ ਨਾਲ ਜੇ ਹਿਰਦੇ 'ਚ ਧਿਆਨ ਕਰ ਲਿਆ ਤੇ ਅਧਿਕਾਰੀ ਆਪਾਂ ਹੈਗੇ ਆ ਕੰਠ ਦੇ, ਉਹਦੇ 'ਚ ਨੁਕਸਾਨ ਆਪਣਾ ਇਸ ਕਰਕੇ ਆ ਕਿਉਂਕਿ ਆਪਾਂ ਪਹਿਲੀ ਕਲਾਸ ਨੂੰ ਛੱਡ ਕੇ ਸਿੱਧਾ ਪੰਜਵੀਂ 'ਚ ਬੱਚਾ ਦਾਖਲ ਕਰਾਈਏ, ਉਹ ਕਾਮਯਾਬ ਨਹੀਂ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਕੰਮ ਹੈ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਤੁਹਾਡਾ ਕੰਮ ਹੈ ਵਾਹਿਗੁਰੂ ਕਹੋ, ਮੂਲ ਮੰਤਰ ਕਹੋ, ਜਪਜੀ ਸਾਹਿਬ ਪੜ੍ਹੋ, ਜਾਪ ਸਾਹਿਬ ਪੜ੍ਹੋ। ਆਪਣਾ ਕੰਮ ਹੈ ਕੰਨਾਂ ਨਾਲ ਸੁਣਨਾ, ਬਸ ਹੌਲੀ ਹੌਲੀ ਬੋਲੀ ਜਾਓ, ਕੰਨਾਂ ਨਾਲ ਸੁਣੀ ਜਾਓ। ਇਸੇ ਵਿੱਚ ਹੀ ਧਿਆਨ ਲੱਗ ਜਾਂਦਾ ਹੈ। ਔਰ ਸਭ ਤੋਂ ਬੈਸਟ ਤਰੀਕਾ ਹੈ, ਗੁੱਡ ਬੈਟਰ ਬੈਸਟ, ਵਧੀਆ ਤਰੀਕਾ ਹੈ। ਇੰਨੇ ਸੰਤਾਂ ਮਹਾਤਮਾ ਨੂੰ ਤੁਸੀਂ ਮਿਲ ਨਹੀਂ ਸਕਦੇ ਜਾ ਕੇ, ਨਾ ਉਹਨਾਂ ਤੋਂ ਖੋਲ ਸਕਦੇ ਹੋ ਗੱਲ। ਮੈਂ ਜਾ ਕੇ ਮਿਲਿਆ ਔਰ ਮੈਂ ਸਾਰੇ ਤਰੀਕੇ ਦੇਖੇ ਨੇ, ਔਰ ਅੱਛੇ ਅੱਛੇ ਬ੍ਰਹਮ ਗਿਆਨੀ ਨੇ ਮੈਂ ਗੱਲ ਪੁੱਛੀ ਵੀ ਧਿਆਨ ਟਿਕਾਉਣਾ ਚਾਹੀਦਾ ਕਿ ਨਹੀਂ ਟਿਕਾਉਣਾ ਚਾਹੀਦਾ। ਉਹ ਲਾਸਟ ਇੱਕੋ ਹੀ ਗੱਲ ਮੇਰੇ ਪੱਲੇ ਪਈ ਆ ਵੀ ਧਿਆਨ ਆਪਣੇ ਆਪ ਨਾ ਟਿਕਾਓ। ਫਿਰ ਤੰਗੀ ਹੋਣ ਲੱਗ ਜਾਂਦੀ, ਸਿਰ ਨੂੰ ਵੀ ਤਕਲੀਫ ਹੋ ਜਾਂਦੀ ਹੈ। ਇਸ ਕਰਕੇ ਸਭ ਤੋਂ ਸੋਹਣਾ ਤਰੀਕਾ ਹੈ ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਨੌਵੇਂ ਪਾਤਸ਼ਾਹ ਨੇ ਵੀ ਮੋਹਰ ਲਾਤੀ, ਕੰਨਾਂ ਨਾਲ ਸੁਣੋ, ਮੂੰਹ ਨਾਲ ਬੋਲੋ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਾਨੀ ਪਰਮ ਪੁਰਖ ਪਗ ਲਾਗੋ, ਰੱਬ ਦੇ ਚਰਨਾਂ ਨਾਲ ਪ੍ਰਾਣੀ ਜੀ ਜੁੜੋ, ਵਾਹਿਗੁਰੂ ਆਖੋ। ਸੋਵਤ ਕਹਾਂ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵਿੱਚ ਕਿਉਂ ਸੁੱਤਾ ਰਹਿਣਾ ਹਰ ਵਕਤ। ਮੈਂ ਤਾਂ ਜਾਗਦਾ ਜੀ। ਮਹਾਰਾਜ ਕਹਿੰਦੇ ਸਵਾ ਜਾਗਦਾ, ਤੂੰ ਕਾਹਦਾ ਜਾਗਦਾ, ਸੁੱਤਾ ਪਿਆ। ਧਿਆਨ ਤੇਰਾ ਪਰਿਵਾਰ ਵਿੱਚ ਹੈ, ਧਿਆਨ ਤੇਰਾ ਬੱਚਿਆਂ ਵਿੱਚ ਹੈ, ਧਿਆਨ ਤੇਰਾ ਰਿਸ਼ਤੇਦਾਰਾਂ ਵਿੱਚ ਹੈ, ਪਦਾਰਥਾਂ 'ਚ ਧਿਆਨ ਹੈ। ਹੁਣ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ, ਨਵਾਬ ਤੁਸੀਂ ਮੇਰੇ ਨਾਲ ਨਮਾਜ਼ ਨਹੀਂ ਪੜ੍ਹੀ, ਆਰਾਮ ਨਾਲ ਖੜੇ ਰਹੇ ਤੁਸੀਂ। ਮਹਾਰਾਜ ਕਹਿੰਦੇ ਤੂੰ ਤਾਂ ਸੁੱਤਾ ਪਿਆ ਸੀ, ਸੁੱਤਾ। ਤੇਰਾ ਤਾਂ ਕਿਤੇ ਧਿਆਨ ਹੋਰ ਸੀ, ਐਵੇਂ ਸਰੀਰ ਹੀ ਝੁਕਦਾ ਨਮਾਜ਼ ਨੂੰ। ਤੂੰ ਤਾਂ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ, ਤੇਰੀ ਬਿਰਤੀ ਤਾਂ ਉੱਥੇ ਫਿਰਦੀ ਸੀ ਤੇ ਇੱਥੇ ਮੱਥਾ ਟੇਕੇ ਦਾ ਕੀ ਫਾਇਦਾ। ਉਹ ਤਾਂ ਚੁੱਪ ਹੋ ਗਿਆ। ਕਾਜੀ ਕਹਿੰਦਾ ਤੇ ਮੇਰੇ ਨਾਲ ਤਾਂ ਕਰ ਲੈਂਦੇ ਨਮਾਜ਼, ਮੈਂ ਤਾਂ ਉਰੇ ਹੀ ਸੀ। ਮਹਾਰਾਜ ਕਹਿੰਦੇ ਤੇਰੇ ਘਰ ਘੋੜੀ ਸੂਈ ਹੈ, ਤੈਨੂੰ ਇਹ ਧਿਆਨ ਸੀ ਉਹਦਾ ਵਛੇਰਾ ਲਾ ਕੇ ਖੂਹ 'ਚ ਨਾ ਡਿੱਗ ਪਏ ਕਿਤੇ। ਉਹ ਕਾਜੀ ਵੀ ਨਹੀਂ ਬੋਲਿਆ ਅੱਗਿਓਂ। ਫਿਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਸੋਵਤ ਕਹਾਂ ਮੋਹ ਨਿੰਦਰਾ ਮੈਂ। ਇਹ ਪਦਾਰਥਾਂ ਦੇ ਮੋਹ ਦੇ ਨੀਂਦ ਵਿੱਚ ਕਿਉਂ ਸੌਂਦਾ ਹੈ? ਜਦ ਪਾਠ ਕਰਦਾ ਹੈ ਧਿਆਨ ਕਿਉਂ ਇੱਧਰ ਉੱਧਰ ਜਾਂਦਾ, ਸੌਂਦਾ ਕਿਉਂ? ਤੈਨੂੰ ਮੋਹ ਕਿਉਂ ਪੈ ਜਾਂਦਾ ਵੀ ਮੇਰੀ ਫਲਾਨੀ ਚੀਜ਼। ਜੇ ਕਿਤੇ ਤਾਲਾ ਖੁੱਲ੍ਹਾ ਰਹਿ ਗਿਆ ਫਿਰ ਸਕੂਟਰ ਸਾਈਕਲ ਦਾ, ਬਾਰ-ਬਾਰ ਉਦੋਂ ਧਿਆਨ ਲੈ ਹੀ ਨਾ ਜਾਵੇ, ਉਹ ਮੇਰੇ ਘਰ ਫਲਾਨੀ ਚੀਜ਼ ਆਈ ਨਾ ਹੋ ਜਾਵੇ, ਫਲਾਨਾ ਕੰਮ ਐ ਨਾ ਹੋ ਜਾਵੇ। ਮਹਾਰਾਜ ਕਹਿੰਦੇ ਮੋਹ ਦੀ ਨੀਂਦ ਵਿੱਚ ਜੀਵ ਸੁੱਤਾ ਹੀ ਰਹਿੰਦਾ। ਕਬਹੂ ਸੁਚਿਤ ਹਵੈ ਜਾਗੋ, ਕਦੇ ਤਾਂ ਸੁਚੇਤ ਹੋ ਕੇ ਜਾਗਿਆ ਕਰੋ ਤੇ ਕਦੇ ਤਾਂ ਇੱਕ ਮਨ ਹੋ ਕੇ ਬਾਣੀ ਪੜ੍ਹਿਆ ਕਰੋ ਕਿ ਨਾ ਕਿਤੇ ਧਿਆਨ ਜਾਵੇ, ਸਿਰਫ ਵਾਹਿਗੁਰੂ 'ਚ ਧਿਆਨ ਰਹੇ, ਬਾਣੀ ਵਿੱਚ ਧਿਆਨ ਰਹੇ ਆਪਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਔਰ ਨ ਕਹਾਂ ਉਪਦੇਸ਼ਤ ਹੈ ਪਸ, ਤੋਏ ਪ੍ਰਬੋਧ ਨ ਲਾਗੋ। ਕਹਿੰਦੇ ਪਸ਼ੂ ਬਿਰਤੀ ਬੰਦੇ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ਤੂੰ,
ਤੈਨੂੰ ਜਰਾ ਮਾਤਰ ਵੀ ਪ੍ਰਬੋਧ ਨਹੀਂ ਲੱਗਿਆ, ਜਿਹੜਾ ਤੂੰ ਲੋਕਾਂ ਨੂੰ ਸਮਝਾਉਣਾ ਉਹ ਤੈਨੂੰ ਰੱਤਾ ਮਾਤਰ ਲੱਗਿਆ ਹੀ ਨਹੀਂ, ਤੈਨੂੰ ਅਸਰ ਹੀ ਨਹੀਂ ਹੋਇਆ। ਖੁਦ ਨੂੰ ਬੰਦੇ ਨੂੰ ਅਸਰ ਨਹੀਂ ਹੁੰਦਾ, ਦੂਜੇ ਨੂੰ ਕਹਿੰਦਾ, ਆਪ ਨਹੀਂ ਕੁਛ ਕਰਨਾ। तो महाराज कहते तू पशुओं वर्गा जीवन हो गया तेरा, और न कहा उपदेश है पस तोहे प्रबोध न लागो। तैनू ये उपदेश नहीं लग्या कि तैनू नहीं ज्ञान होया। लखां लोग सुन के तर जाते ने, सतगुरु कहते सुनाउण वाला डुब जाता। सुनाउण वाला इस करके डुबिया क्योंकि कहना वाहिगुरू वाहिगुरू कहण की कोई लोड़ नहीं। हुण अपने पंथ विच कोई किसी नूं समझाउण वाला रोकण वाला नहीं। एक तो हुण वो लोग ने जिहड़े कहंदे वाहिगुरू वाहिगुरू कहण की लोड़ ही नहीं। हुण होर नवें जम्मे ने वो कहंदे पंज बाणियां भावें सवेरे उठ के पढ़ो ना पढ़ो, नितनेम की कोई लोड़ नहीं। वो की कहंदे कहंदे वाहिगुरू वाहिगुरू करया करो बस। वो फिर संगत चक्कर च पै जाती है भी ये हुण ना वो कहता वाहिगुरू भी नहीं कहना, ते वो कहता पंज बाणियां नहीं पढ़नियां, रह रास की भी लोड़ नहीं, कहता कीर्तन सोहले लोड़ नहीं, सुखमनी साह की लोड़ नहीं, आसा दी वार लोड़ नहीं। क्यों? क्योंकि वो कहते ने भी बाणी विच यही लिखिया कि वाहिगुरू वाहिगुरू करो, बस मूल काम वाहिगुरू करो तो बस वाहिगुरू कहो। फिर वो भी कहते हैं भी अमृत की भी इन्नी लोड़ नहीं हैगी, अमृत छकण की लोड़ नहीं हैगी इन्नी, वाहिगुरू वाहिगुरू करो बस। तो ये बचो इन्हां ठगां तो। ये जिहड़े ऐ कहण वाले ते वो दूजे पासे कहण वाले ने, ये किसी का मन नहीं टिकिया होया। सारियां गल्लां मैनूं प्रकाश दिख गया, मैनूं ऐ दिख गया। वो सानूं तां इन्ने साल हो गए लग्गियां नूं, गिट्टे घस के बह बह के सानूं तां हाले प्रकाश होया नहीं हैगा। लोग कहने मैं 2 महीने च प्रकाश हो गया, कोई कहना पहले दिन ही हो गया प्रकाश। 10वें पातशाह 3 युग तक बैठे रहे ने श्री हेमकुंड साहब, तां जाके कहंदे किते द्वैते एक रूप होएगा, तां किते होए ने इत्थे तक दी अवस्था नूं। ये लोग कहंदे मैं महीना के सिमरन कीता ते मैं एक हो गया रब नाल। ताइयों गुरबाणी च महाराज ने वचन लिखिया, घाट ना किन्हीं कहाया सब कहते हैं पाया। जिन्हों मर्जी पूछ लो, अपने जो छेड़ के देख लो किसी को, वो कहना तुहानू नहीं इन्ना ज्ञान, मैं रब नूं मिल चुकिया। सो इस करके जिवें कोई झल्ला जा बंदा सब्जी की दुकान ते, मैं सब्जी लै रहा, वो कहना दुकानदार नूं कहना पहला मैनू सब्जी दे। वो कहना पहला ज्ञानी जी आए ने, पहले इन्हां नूं सब्जी दे दियां। वो कहना ये ज्ञानी मैं ध्यानी। कहना ध्यानी वड्डा हुंदा ज्ञानी जी कि ज्ञानी वड्डा हुंदा? मैं कहा जी ध्यानी में वड्डा हुंदा, मैं पहले इहनूं सब्जी दे, भाई ध्यानी नूं सब्जी पहलां दे। ये गल है। सो इस करके महाराज कहने घाट ना किन्हीं कहाया सब कहते हैं पाया। हरेक बंदा कहना कि मैं ज्ञानवान मैं ध्यानवान, पर उहदे पल्ले अंदर कख नहीं। सारियां मोमो ठगणियां गल्लां मारदे लोग। इस करके संगत नूं भटकण दी लोड़ नहीं। जे कोई ये कहे कि कल्ला वाहिगुरू कहना, वो भी साडा मित्र नहीं। जे कोई कहे भी कल्ली बाणी ही पढ़ी जाओ बस, वो भी साडा मित्र नहीं। असीं तां दोनों कुछ ही करांगे, असीं बाणी भी पढ़ांगे, असीं सिमरन भी करना है। टाइम अनुसार असीं 5 बाणियां भी पढ़नियां ने। श्री सुखमनी साहिब दा पाठ आसा दी वार सवेरे नितनेम च करांगे, शाम नूं रहरास, रात नूं कीर्तन सोहले दा पाठ करांगे, दिने शाम नूं सत्ते बलवंडे दी वार भी पढ़नी है, 12 माह भी पढ़ांगे। असीं तां नाल जिन्नियां बाणियां सानूं वध तों वध पढ़न दा हुक्म है पढ़ांगे। बेले समय विच असीं जदों टाइम लग गया उदों वाहिगुरू भी कहांगे, जदों समा लग गया उदों मूल मंत्र भी पढ़ांगे। असीं इक्को पासे दे पक्षी नहीं भी इक्को ही पासे नूं तुरे जाना। गुरबाणी मूल रूप है। आपां कहिए कि मक्खण खाना, दही खाना, खोआ खाना, सारियां चीज़ां घ्यो खाना देसी, पर दुध की लोड़ नहीं है। झल्लिया लोका जे दुध ना होया अपने घरे, दुध तो बिना दही नहीं, दही बिना मक्खण नहीं, मक्खण बिना घ्यो नहीं, दुध तो बिना तो खोआ भी नहीं बनता है। मूल चीज दुध है तां सारा कुछ है। तां 10 चीज़ां बना लो, पनीर बना लो भावें, मूल चीज गुरबाणी है अपने कोले।
जे गुरबाणी है ता नाम है, ये बाणी जो जियों जाना तिस अंतर रवै हर नामा। इस करके महाराज कहने नितनेम ना त्याग्यो किते। कई लोगों ने मगर लग के भी नितनेम की तो लोड़ नहीं, सिर्फ वाहिगुरु वाहिगुरु करना, ये भी नहीं करना, फिर 10वें पातशाह की खुशी नहीं होनी अपने तो। इस करके महाराज सच्चे पातशाह कहने जेड़े असूल सादे जे मैं रहतनामे च दसे ने उन्हां दा ही अमल ग्रहण करो अपना। जो मर्यादा बनाई हुई है, जो पंजां प्यारे ने उपदेश दिता, पंजां ने तो नहीं सी कहा कल्ला वाहिगुरु मंत्र करियो, आप पंजां दे सिख हां, पंजां प्यारियां तो अमृत छकिया जे एक बंदे तो छकिया आपां ने। इस करके जो पंजां ने हदायतां कीतियां सानू असीं उन्हां नूं मनना। विश्राम दे के महाराज कहते और न कहा उपदेश तह पस्त होए प्रबोध न लागो, तैनू तो कोई असर होया नहीं, लोकां नूं ज्ञान दिंदा फिरदा। सिंचित कहां परे विखिन कह, है विषयां विकारां नूं सिंचित इकट्ठे करदा फिरदा हर वक्त, विषे विषे विषय विषे। किसी बंदे नूं माड़ा जिहा छेड़ के देख लो, कोई पुट्ठी जी गल करके विषयां वाली, फिर उहनूं आपां नूं रोकण दी लोड़ नहीं, बस शाम तक सुन लो, सारी रात सुन लो, दूजे दिन सुन लो। जिन्नियां विषयां विकारां दीयां गल्लां आम बंदे नूं आउंदियां ने, इन्नी बाणी कंठ नहीं है किसे नूं, इन्ना वो सिमरन नहीं करता बंदा जिन्नियां विषयां दीयां गल्लां करदा। इस्त्रियां दीयां गल्लां, फिल्मां दीयां गल्लां, ओह गल्लां, जिन्नियां विकारां दीयां गल्लां इंसान करदा है, 24 घंटे करा लो, 36 घंटे करा लो, 48 घंटे करा लो, ये नहीं थकदा। महाराज 10वें पातशाह कहते सिंचित कहां परे विखिन कह, इन्हां नूं की इकट्ठे करी जांदे हो विषयां विकारां नूं, कब हो विखै रस त्यागो। कहते कदे तां विषयां दा रस छड्डिया करो, विषयां दा रस कदे तां छड्ड दिया करो, कदे तां रब दे नाम दा रस लिया करो। कि 24 घंटे विषय ही चंगे लगदे तुहानूं, जदों देखो विषयां दीयां गल्लां, माड़ियां गल्लां, पुठियां गल्लां, हर वक्त ऐसियां गल्लां करते रहंदे। फिर महाराज कहते हैं केवल कर्म भरम से चिन्हो, जेड़े केवल कर्म करने ने ना, कर्म कांड करने रब दे नाम तो बिना, भरम से चिन्हो, ये भरम वर्गे जानो, ये भरम ही है। मैं कर्म करना भरम रूप है। तुसीं कोशिश करते हो कहते कर्म दे नाल परमेश्वर नूं प्राप्त करिए, कर्म कांड दे नाल, ਇਹਦਾ सारा भरम है तेरा कि शायद पानी च खड़न वाले ने रब जल्दी मिलता, फिर मच्छियां नूं पहला मिलता, डड्डूआं नूं मिलता, शायद नगन रहन नाल मिलता, फिर बन का मिर्ग मुक्त सब होग, फिर तो जंगल के मिर्ग मुक्त हो जाते। तो इस प्रकार महाराज सच्चे पातशाह कहते जिवें भी कोई करे वो सारा कुछ उसदा भरम है, नाम तो बिना सारा ही भरम है। धर्म कर्म अनुरागो, महाराज कहने कदे धर्म दे कर्म नाल भी प्यार करया कर, केवल कर्म नाल प्यार ना करया कर। एक तो हुंदा कर्म धर्म तो बिना, एक हुंदा धर्म दा कर्म। सतगुरु कहने धर्म दा कर्म करया कर, धर्म दे कर्म नाल प्यार करया कर। आम फोकट जिहड़े कर्म ने इन्हां तो थोड़ा जिहा पासे रहा कर। संग्रह करो सदा सिमरन को, सिमरन नूं संग्रह करो, इकट्ठा करो, सिमरन नूं हमेशा इकट्ठा करते रहो, संग्रह करो। जिवें कौडी कौडी जोर ते जोरे लाख करोड़, कौडी कौडी बंदा पैसा पैसा जोड़दा सारा दिन, पक्खा चलदा भज के बंद करदा, बिल ना आ जाए, आ ना हो जाए, आ ना हो जाए, इत्थों पैसे बच जाण, उत्थों बच जाण। सारा दिन अपनी बिरती संग्रह करन विच हुंदी कि 2 पैसे उत्थों बच जाण, 2 पैसे उत्थों बच जाण, शाम तक इन्ने बचा लवां। महाराज कहते ने संग्रह करो सदा सिमरन को। कदे ये भी लाभ खटिया कि संग्रह करिए सिमरन दा, चल 2 मिनट बस उड़ीकदे आ ना, 2 मिनट लग जाने, हले आउणी है बस ते, बस अड्डे ते खड़ा है, कदे उत्थे भी कर लिया कर वाहिगुरू वाहिगुरू, किते होर भी कर लिया कर। कहने जिथे भी टाइम लग जाए, जे तां दुनियावी काम है फिर तां बंदा भज के जांदा। कहने हले 10 मिनट हैगे ने,
ਚੱਲ ਮੈਂ ਹਲੇ ਆਹ ਕੰਮ ਕਰਿਆ ਵਾਂ, ਇਹਦੇ 'ਚ ਮੈਨੂੰ 10 ਪੈਸੇ ਬਚ ਜਾਣਗੇ। ਸੋ ਜਿਵੇਂ ਕੋਈ ਬੰਦਾ ਰਿਟਾਇਰ ਹੋਇਆ, ਮੈਂ ਕਿਹਾ ਅੱਜ ਕੱਲ੍ਹ ਹੁਣ ਤੁਸੀਂ ਰਿਟਾਇਰ ਹੋ ਗਏ, ਤੁਹਾਡੀ ਪੈਨਸ਼ਨ ਵੀ ਕਾਫੀ ਹੈ, ਹੁਣ ਕੀ ਕਰਦੇ ਹੋ? ਕਹਿੰਦਾ ਮੈਂ ਕਿਸੇ ਹੁਣ ਨਾ ਹੋਟਲ ਵਿੱਚ ਨੌਕਰੀ ਕਰਦਾ ਮੈਨੇਜਰ ਦੀ। ਮੈਂ ਕਿਹਾ ਮੈਨੂੰ ਤਾਂ ਬੜੀ ਆਸ ਸੀ ਵੀ ਤੁਸੀਂ ਹੁਣ ਸਾਰਾ ਕੁਝ ਕਰਕੇ ਰੱਬ ਨੇ 10,000 ਰੁਪਏ ਮਹੀਨਾ ਪੈਨਸ਼ਨ ਦੇਣੀ ਆ, ਵੀ ਕਥਾ 'ਚ ਆਇਆ ਕਰੋਗੇ, ਨਾਮ ਜਪਿਆ ਕਰੋਗੇ। ਕਹਿੰਦਾ ਤੜਕੇ ਹੀ ਚਲੇ ਜਾਣਾ 7 ਵਜੇ ਹੋਟਲ ਤੇ। ਮੈਂ ਕਿਹਾ ਤੁਹਾਨੂੰ ਰੱਬ ਨੇ ਐਸੇ ਬੰਧਨ ਪਾਏ ਨੇ, ਮੈਂ ਤੁਹਾਨੂੰ ਲਾਲਚ ਨਹੀਂ ਤੁਹਾਡਾ ਜਾਂਦਾ। ਜਦ ਵਾਹਿਗੁਰੂ ਇੰਨਾ ਕੁਝ ਦਿੰਦਾ, ਪੈਨਸ਼ਨ ਦਿੱਤੀ ਰੱਬ ਨੇ ਇਸੇ ਕਰਕੇ ਦਿੱਤੀ ਆ ਵੀ ਪੈਨਸ਼ਨ ਲੈ ਤੇ ਨਾਮ ਜਪ। ਰੱਬ ਨੇ ਬੜੇ ਸੋਹਣੇ ਸਾਧਨ ਬਣਾਏ ਬੰਦੇ ਲਈ, ਪਰ ਇਹ ਬੰਦਾ ਜਿਹੜਾ ਮਰਨ ਤੱਕ ਉਹ ਇੱਕੋ ਹੀ ਕੰਮ ਕਰਦਾ, ਕੌਡੀ ਕੌਡੀ ਜ਼ੋਰ ਤੇ ਜ਼ੋਰੇ ਲੱਖ ਕਰੋੜ। ਪਰ ਕਹਿੰਦੇ ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਉਹ ਨੰਗੇ ਪੈਰੀ ਗਏ ਨੇ ਲੱਖਾਂ ਕਰੋੜਾਂ ਵਾਲੇ, ਤੇ ਨਾਮ ਸਿਮਰਨ ਇਕੱਠਾ ਹੀ ਨਹੀਂ ਕੀਤਾ। ਪਰਮ ਪਾਪ ਤਜ ਭਾਗੋ। ਮਹਾਰਾਜ ਕਹਿੰਦੇ ਜਿਹੜੇ ਵੱਡੇ ਪਾਪ ਨੇ ਪਰਮ ਪਾਪ, ਉਹਨਾਂ ਨੂੰ ਤਜ ਕੇ ਛੱਡ ਕੇ ਭਾਗੋ, ਭੱਜ ਜਾਓ। ਕੁਰੈਤਾਂ ਜਿਹੜੀਆਂ ਚਾਰੇ ਨੇ, ਬ੍ਰਾਹਮਣ ਕੈਲੀ ਘਾਤ ਕੰਨਿਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ। ਇਹ ਜਿਹੇ ਗੁਨਾਹ ਜਿਹੜੇ ਕਰਨੇ ਨੇ, ਇਹ ਸਾਰੇ ਗੁਨਾਹਾਂ ਤੋਂ ਬਚੋ ਬਚੋ। ਮਹਾਰਾਜ ਕਹਿੰਦੇ ਜੇ ਤੁਸੀਂ ਬਚੋਗੇ ਤਾਂ ਕੋਈ ਤੁਹਾਡਾ ਭਲਾ ਹੋ ਜਾਏਗਾ, ਕਿਉਂਕਿ ਪਰਮ ਪਾਪ ਲਿਖਿਆ ਇੱਥੇ, ਵੱਡੇ ਪਾਪ, ਛੋਟੇ ਪਾਪ, ਉਸ ਤੋਂ ਛੋਟੇ ਪਾਪ, ਉਸ ਤੋਂ ਛੋਟੇ ਪਾਪ। ਛੋਟੇ ਛੋਟੇ ਪਾਪ ਤਾਂ ਆਪਣੇ ਇੱਥੇ ਹੀ ਕੱਟੇ ਜਾਂਦੇ ਨੇ, ਇਹ ਤਾਂ ਨੇੜੇ ਤੇੜੇ ਕੰਮ ਮੁੱਕ ਜਾਂਦਾ। ਚਲੋ ਚਲਾਨ ਹੋ ਗਿਆ, ਭਰ ਆਵਾਂਗੇ ਜਾ ਕੇ, ਹੋਰ ਕੋਈ ਛੋਟੀ ਜੀ ਗੱਲ ਹੋਈ। ਪਰ ਜੇ ਕਤਲ ਹੋ ਜੇ ਫੇਰ ਔਖਾ। ਹੁਣ ਇਹ ਕੰਮ ਨਹੀਂ ਠੀਕ ਹੋਣਾ, ਹੁਣ ਇਹਦੇ ਵੱਟੇ ਫਾਂਸੀ ਮਿਲਣੀ ਹੈ, 20 ਸਾਲਾ ਹੋਣੀ ਤੈਨੂੰ। ਇਹ ਪਰਮ ਪਾਪ, ਬੰਦੇ ਦਾ ਮਾਰ ਦੇਣਾ, ਧੀਆਂ ਭੈਣਾਂ ਨੂੰ ਮਾਰ ਦੇਣਾ, ਸੋਨਾ ਚੋਰੀ ਕਰਨਾ, ਇਹੋ ਜਿਹੇ ਗੁਨਾਹ ਲਿਖੇ ਹੋਏ ਨੇ ਕਈ ਵੱਡੇ ਵੱਡੇ। 10 ਗੁਨਾਹ ਬਾਈਬਲ ਵਿੱਚ ਜਿਹੜੇ ਲਿਖੇ, ਉਹੀ 10 ਗੁਨਾਹ ਵੇਦਾਂ 'ਚ ਲਿਖੇ ਨੇ, ਉਹੀ 10 ਗੁਨਾਹ ਆਪਣੇ 'ਚ ਨੇ। ਉਹ ਸਾਰੇ ਇਹੀ ਗੁਨਾਹ ਨੇ, ਛੋਟੇ ਛੋਟੇ ਵੱਡੇ ਵੱਡੇ। ਮਹਾਰਾਜ ਕਹਿੰਦੇ ਪਰਮ ਪਾਪ ਤਜ ਭਾਗੋ, ਵੱਡਿਆਂ ਪਾਪਾਂ ਤੋਂ ਬਚੋ। ਹੁੱਕਾ ਹਜਾਮਤ ਹਲਾਲੋ ਹਰਾਮ, ਇਹ 4 ਕੁਰੈਤਾਂ ਬੜੀਆਂ ਮਾੜੀਆਂ ਨੇ, ਇਹਨਾਂ ਤੋਂ ਬਚੋ। ਇਸ ਕਰਕੇ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਸਿਮਰਨ ਨੂੰ ਇਕੱਠਾ ਕਰੋ। ਜਾਤੇ ਦੂਖ ਪਾਪ ਨਹਿ ਭੇਟੈ, ਕਾਲ ਜਾਲ ਤੇ ਤਾਗੋ। ਤਾਗੋ ਹੁੰਦਾ ਜਾਣਨਾ, ਕਾਲ ਜਾਲ ਹੈ ਨਾ ਜਿਹੜਾ ਮੌਤ ਦਾ ਜਾਲ ਹੈ, ਇਸ ਮੌਤ ਦੇ ਜਾਲ ਦਾ ਤਾਗੋ ਤੋਂ ਭਾਵ ਗਿਆਨ ਆਪਣੇ ਮਨ ਦੇ ਅੰਦਰ ਹਮੇਸ਼ਾ ਵਸਾ ਕੇ ਰੱਖੋ ਕਿ ਮੈਂ ਮਰਨਾ ਵੀ ਹੈ। ਜੇ ਮੌਤ ਹਿਰਦੇ 'ਚ ਵਸਾ ਲਈਏ ਕਿ ਮੈਂ ਮਰਨਾ ਵੀ ਹੈ, ਜਾਣਾ ਵੀ ਹੈ, ਲੇਖਾ ਵੀ ਦੇਣਾ ਪੈਣਾ ਹੈ। ਜਾ ਤੇ ਦੁੱਖ ਪਾਪ ਨਾ ਭੇਟੈ, ਇਸ ਕਰਕੇ ਦੁੱਖ ਅਤੇ ਪਾਪਾਂ ਨਾਲ ਨਾ ਮਿਲਾਪ ਕਰੇ। ਕਾਲ ਜਾਲ ਤੇ ਤਾਗੋ, ਜੇ ਮਨ ਦੇ ਅੰਦਰ ਬੰਦੇ ਦੇ ਗਿਆਨ ਰਹੇ ਕਿ ਮੇਰੀ ਮੌਤ ਹੋਣੀ ਹੈ ਤੇ ਮੈਂ ਮਰਨਾ ਹੈ, ਤਾਂ ਫਿਰ ਬੰਦਾ ਦੁੱਖਾਂ ਪਾਪਾਂ ਨਾਲ ਮਿਲਦਾ ਹੀ ਨਹੀਂ, ਉਧਰ ਨੂੰ ਨਹੀਂ ਜਾਂਦਾ। ਫਿਰ ਉਹਨੂੰ ਮਹਾਰਾਜ ਕਹਿੰਦੇ ਸਿਆਣਪ ਰਹਿੰਦੀ ਹੈ ਕਿ ਮੈਂ ਮਰਨਾ ਹੈ, ਭਾਈ ਮੈਂ ਕਿਉਂ ਮਾੜੇ ਕੰਮ ਕਰਾਂ। ਇਹ ਤਾਂ ਉਹੀ ਬੰਦੇ ਮਾੜੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਇਹ ਗਿਆਨ ਹੀ ਨਹੀਂ ਕਿ ਮੈਂ ਮਰਨਾ। ਜਿਨ੍ਹਾਂ ਨੂੰ ਗਿਆਨ ਹੋ ਗਿਆ ਕਿ ਮਰਨਾ, ਉਹ 100 ਯਤਨ ਕਰ ਲੈਂਦੇ ਨੇ, ਤੇ ਜਿਨ੍ਹਾਂ ਨੂੰ ਗਿਆਨ ਨਹੀਂ ਉਹ ਕੋਈ ਯਤਨ ਨਹੀਂ ਕਰਦਾ।